ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ JGH ਐਜੂਕੇਸ਼ਨ ਪੁਆਇੰਟ ਦੇ ਵਿੱਚ। ਅੱਜ ਆਪਾਂ ਸੋਲਰ ਸਿਸਟਮ ਬਾਰੇ ਪੜ੍ਹਾਂਗੇ, ਜਿਹਨੂੰ ਆਪਾਂ ਸੂਰਜੀ ਪਰਿਵਾਰ ਵੀ ਕਹਿ ਦਿੰਦੇ ਹਾਂ। ਤੁਹਾਨੂੰ ਸਭ ਨੂੰ ਪਤਾ ਹੀ ਹੈ, ਹੁਣ ਤੱਕ ਆਪਾਂ ਪੜ੍ਹਦੇ ਆਏ ਹਾਂ ਵੀ ਆਪਣੀ ਧਰਤੀ ਜਿਹੜੀ ਹੈਗੀ ਹੈ ਉਹ ਸੋਲਰ ਸਿਸਟਮ ਦੇ ਵਿੱਚ ਸੂਰਜੀ ਪਰਿਵਾਰ ਦੇ ਵਿੱਚ ਆ ਜਾਂਦੀ ਹੈ। ਚਲੋ ਅੱਜ ਆਪਾਂ ਸ਼ੁਰੂ ਕਰਦੇ ਹਾਂ ਸੋਲਰ ਸਿਸਟਮ ਸੂਰਜੀ ਪਰਿਵਾਰ ਬਾਰੇ। ਜੋ ਸੂਰਜ ਹੈ ਉਹ ਸੌਰ ਮੰਡਲ ਦਾ ਕੇਂਦਰ ਹੈ। ਆਪਾਂ ਜਾਣਦੇ ਹਾਂ ਵੀ ਸਾਰੇ ਗ੍ਰਹਿ ਜਿਹੜੇ ਸੂਰਜ ਦੇ ਆਲੇ ਦੁਆਲੇ ਘੁੰਮਦੇ ਨੇ, ਇੱਕ ਆਰਬਿਟ 'ਚ ਘੁੰਮਦੇ ਨੇ। ਇੱਕ ਪੈਥ ਹੈ ਨੇਚਰ ਵੱਲੋਂ ਬਣਾਇਆ ਗਿਆ, ਉਸ ਪੈਥ ਦੇ ਉੱਪਰ ਹੀ ਚੱਲਦੇ ਨੇ, ਜਿਨ੍ਹਾਂ ਦਾ ਪੰਜਾਬੀ ਕਹਿੰਦੇ ਨੇ ਆਪਾਂ ਕੇਂਦਰ ਮੰਨ ਲੈਂਦੇ, ਚਲੋ ਲਾਣੇਦਾਰ ਸੂਰਜ ਹੈ। ਸਾਰੇ ਗ੍ਰਹਿ ਇਸ ਦੇ ਆਲੇ ਦੁਆਲੇ ਘੁੰਮਦੇ ਨੇ, ਕੇਂਦਰ ਬਿੰਦੂ ਸੂਰਜ ਹੈ। ਅਤੇ ਅੱਗੇ ਮੈਂ ਤੁਹਾਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੱਸਦਾ ਵੀ ਸੂਰਜ ਜੋ ਹੈ ਇੱਕ ਤਾਰਾ ਹੈ, ਇਹ ਇੱਕ ਗ੍ਰਹਿ ਨਹੀਂ ਹੈ। ਗ੍ਰਹਿ ਇਹਦੇ ਆਲੇ ਦੁਆਲੇ ਘੁੰਮਦੇ ਨੇ, ਪਰ ਸੂਰਜ ਵੀ ਇੱਕ ਤਾਰਾ ਹੈ, ਇਹ ਗ੍ਰਹਿ ਨਹੀਂ ਹੈ। ਗੈਸਾਂ ਦਾ ਗੋਲਾ ਹੈ। ਇਹ ਹਾਈਡਰੋਜਨ ਅਤੇ ਹੀਲੀਅਮ ਦਾ ਬਣਿਆ ਹੋਇਆ ਹੈ। ਦੋ ਗੈਸਿਸ ਨੇ ਸੂਰਜ ਦੇ ਵਿੱਚ, ਇਹ ਆਪਸ ਦੇ ਵਿੱਚ ਰਿਐਕਸ਼ਨਸ ਕਰ ਰਹੀਆਂ ਨੇ, ਹਾਈਡਰੋਜਨ ਅਤੇ ਹੀਲੀਅਮ। ਇਹ ਮੰਨਿਆ ਜਾਂਦਾ ਵੀ ਸੂਰਜ ਦੇ ਵਿੱਚ ਵੱਡੇ ਵੱਡੇ ਬਲਾਸਟ ਹੁੰਦੇ ਨੇ, ਜਵਾਲਾਮੁਖੀ ਫਟਦੇ ਨੇ, ਜਿਹਦੇ ਕਰਕੇ ਤਪਸ਼ ਪੈਦਾ ਹੁੰਦੀ ਹੈ, ਗਰਮੀ ਪੈਦਾ ਹੁੰਦੀ ਹੈ, ਚਮਕ ਪੈਦਾ ਹੁੰਦੀ ਹੈ। ਇਹ ਕੰਟੀਨਿਊ ਪ੍ਰੋਸੈਸ ਚੱਲਦਾ ਆ ਰਿਹਾ ਹੈ। ਇਹਦੇ ਵਿੱਚ ਜਿਹੜੀ ਹਾਈਡਰੋਜਨ ਦੀ ਮਾਤਰਾ ਉਹ 71% ਹੈ ਅਤੇ ਹੀਲੀਅਮ ਦੀ ਮਾਤਰਾ ਜਿਹੜੀ ਹੈਗੀ ਆ ਉਹ 26% ਹੈ। ਇਸ ਤੋਂ ਬਿਨਾਂ ਹੋਰ ਤੱਤ ਜਿਹੜੇ ਹੈਗੇ ਨੇ ਉਹ 2.5% ਨੇ। ਸੂਰਜ ਦੀ ਉਮਰ 5 ਬਿਲੀਅਨ ਸਾਲ ਮੰਨੀ ਗਈ ਹੈ। ਸੂਰਜੀ ਪਰਿਵਾਰ ਆਕਾਸ਼ ਗੰਗਾ ਦਾ ਹਿੱਸਾ ਹੈ, ਜਿਸ ਨੂੰ ਮਿਲਕੀ ਵੇ ਵੀ ਕਿਹਾ ਜਾਂਦਾ ਹੈ। ਜਿਹੜਾ ਸੂਰਜੀ ਪਰਿਵਾਰ ਹੈ, ਆਕਾਸ਼ ਗੰਗਾ ਮਿਲਕੀ ਵੇ ਦੇ ਵਿੱਚ ਇਹ ਆ ਜਾਂਦਾ ਹੈ। ਆਕਾਸ਼ ਗੰਗਾ ਵੀ ਕਹਿ ਦਿੰਦੇ ਆ, ਮਿਲਕੀ ਵੇ ਵੀ ਕਹਿ ਦਿੰਦੇ ਆ, ਇਹਦੇ ਵਿੱਚ ਆਪਣਾ ਸੂਰਜੀ ਪਰਿਵਾਰ ਆਉਂਦਾ ਹੈ। ਸੂਰਜ ਦੀ ਰੌਸ਼ਨੀ 8 ਮਿੰਟ 16 ਸੈਕਿੰਡ ਵਿੱਚ ਧਰਤੀ 'ਤੇ ਪਹੁੰਚਦੀ ਹੈ। ਜਿਹੜਾ ਸੂਰਜ ਹੈ ਉਹਦੀ ਰੌਸ਼ਨੀ ਜਦੋਂ ਸਵੇਰੇ ਆਪਾਂ ਦੇਖਦੇ ਹਾਂ ਧਰਤੀ, ਤੁਹਾਨੂੰ ਪਤਾ ਹੀ ਹੈ ਵੀ ਸੂਰਜ ਕਹਿਣ ਨੂੰ ਹੈ ਡੁੱਬਦਾ ਹੈ, ਪਰ ਡੁੱਬਦਾ ਨਹੀਂ, ਪਰ ਧਰਤੀ ਇੱਕ ਪਾਸੇ ਘੁੰਮ ਰਹੀ ਹੈ ਅਤੇ ਜਿਹੜੇ ਪਾਸੇ ਸੂਰਜ ਦੀ ਰੌਸ਼ਨੀ ਆ ਜਾਂਦੀ ਹੈ ਉੱਧਰ ਦਿਨ ਹੋ ਜਾਂਦਾ ਹੈ, ਦੂਸਰੇ ਪਾਸੇ ਰਾਤ ਹੋ ਜਾਂਦੀ ਹੈ। ਜਦੋਂ ਸੂਰਜ ਦੀ ਰੌਸ਼ਨੀ ਧਰਤੀ 'ਤੇ ਪੈਂਦੀ ਹੈ ਤਾਂ ਇਹ 8 ਮਿੰਟ 16 ਸੈਕਿੰਡ ਵਿੱਚ ਧਰਤੀ 'ਤੇ ਪਹੁੰਚਦੀ ਹੈ। ਇਹ ਨੋਟ ਕਰ ਲਿਓ, ਸੂਰਜ ਦੀ ਰੌਸ਼ਨੀ 8 ਮਿੰਟ 16 ਸੈਕਿੰਡ ਦੇ ਵਿੱਚ ਧਰਤੀ 'ਤੇ ਪਹੁੰਚਦੀ ਹੈ। ਸੂਰਜ ਦਾ ਭਾਰ 13,90,000 ਕਿਲੋ ਹੈ, ਜਾਂ ਆਪਾਂ ਕਹਿ ਸਕਦੇ ਹਾਂ ਧਰਤੀ ਤੋਂ 109 ਗੁਣਾ ਭਾਰ ਹੈ। ਸੂਰਜ ਧਰਤੀ ਤੋਂ 15 ਕਰੋੜ ਕਿਲੋਮੀਟਰ ਦੂਰ ਹੈ। ਸੂਰਜ ਦੇ ਕੇਂਦਰ ਦਾ ਤਾਪਮਾਨ 15 ਮਿਲੀਅਨ ਸੈਲਸੀਅਸ ਹੈ। ਇੰਨਾ ਜ਼ਿਆਦਾ ਤਾਪਮਾਨ ਹੈ ਇਹਦੇ ਕੇਂਦਰ ਦਾ, 15 ਮਿਲੀਅਨ ਸੈਲਸੀਅਸ। ਹੁਣ ਦੇਖੋ 100 ਡਿਗਰੀ ਦੇ ਉੱਤੇ ਪਾਣੀ ਉਬਲਣ ਲੱਗ ਜਾਂਦਾ ਅਤੇ ਜਦੋਂ 15 ਮਿਲੀਅਨ ਕਿੰਨਾ ਜ਼ਿਆਦਾ ਹੋ ਗਿਆ। 15 ਮਿਲੀਅਨ ਸੈਲਸੀਅਸ ਸੂਰਜ ਦੇ ਕੇਂਦਰ ਦਾ ਤਾਪਮਾਨ ਹੈ। ਸੂਰਜ ਆਪਣੀ ਧੁਰੀ ਉੱਤੇ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ। ਨੋਟ ਕਰ ਲਿਓ, ਸੂਰਜ ਆਪਣੀ ਧੁਰੀ ਉੱਤੇ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ। ਜਿੱਦਾਂ ਕਿ ਗ੍ਰਹਿ ਘੁੰਮਦੇ ਨੇ, ਇਹ ਆਪਣੀ ਧੁਰੀ ਦੁਆਲੇ ਵੀ ਘੁੰਮਦੇ ਨੇ ਅਤੇ ਸੂਰਜ ਦੁਆਲੇ ਵੀ ਚੱਕਰ ਲਾਉਂਦੇ ਨੇ। ਉਸੇ ਤਰ੍ਹਾਂ ਸੂਰਜ ਵੀ ਆਪਣੀ ਧੁਰੀ ਦੁਆਲੇ ਘੁੰਮ ਰਿਹਾ ਹੈ। ਸੂਰਜ ਮੰਡਲ ਦੇ 8 ਗ੍ਰਹਿ ਹਨ ਅਤੇ 200 ਉਪਗ੍ਰਹਿ ਹਨ। ਮਤਲਬ ਪੂਰੇ ਸੂਰਜੀ ਪਰਿਵਾਰ ਦੇ ਵਿੱਚ 8 ਗ੍ਰਹਿ ਨੇ। ਪਹਿਲਾਂ ਇਹ 9 ਸੀ ਜਾਂ 9 ਮੰਨੇ ਜਾਂਦੇ ਸੀ, ਜਿਨ੍ਹਾਂ ਵਿੱਚ ਉਹਨਾਂ ਨੇ ਪਲੂਟੋ ਨੂੰ ਬਾਹਰ ਕੱਢਤਾ। ਮੈਂ ਦੱਸੂਗਾ ਅੱਗੇ ਕਿ ਕਿਉਂ ਕੱਢਿਆ ਇਹਨੂੰ, ਠੀਕ ਹੈ ਨਾ। ਅਤੇ 200 ਉਪਗ੍ਰਹਿ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਕੁਦਰਤੀ ਉਪਗ੍ਰਹਿ। ਤੁਹਾਨੂੰ ਪਤਾ ਹੀ ਹੈ ਵੀ ਇੱਕ ਤਾਂ ਕੁਦਰਤੀ ਉਪਗ੍ਰਹਿ ਹੁੰਦੇ ਨੇ, ਇੱਕ ਹੁੰਦੇ ਨੇ ਬਨਾਵਟੀ, ਜਿਵੇਂ ਕਿ ਆ ਰਹੀ ਆ ਆਪਾਂ ਟਰੋਇਨੀ ਵਗੈਰਾ,
ਠੀਕ ਹੈ ਨਾ, ਮੰਗਲਯਾਨ ਛੱਡਿਆ ਸੀ ਪਿੱਛੇ ਜੇ, ਠੀਕ ਹੈ ਨਾ, ਇਹ ਬਣਾਉਟੀ ਨੇ। ਬਟ ਕੁਦਰਤੀ ਜਿਵੇਂ ਕਿ ਚੰਦਰਮਾ ਜਿਹੜਾ ਹੈਗਾ ਉਹ ਕੁਦਰਤੀ ਉਪਗ੍ਰਹਿ ਹੈ। ਇਸ ਤਰ੍ਹਾਂ ਹੀ ਸੂਰਜੀ ਪਰਿਵਾਰ ਦੇ ਵਿੱਚ 200 ਉਪਗ੍ਰਹਿ ਨੇ। ਅੱਗੇ ਗੱਲ ਕਰਦੇ ਆਪਾਂ, ਜਿਹੜੇ ਪਲੈਨਟਸ ਨੇ ਉਹ 8 ਨੇ। ਇੱਕ ਛੋਟੀ ਜਿਹੀ ਕੋਟੇਸ਼ਨ ਲਿਖੀ ਹੈ, ਮੈਂ ਲਿਖੀ ਹੋਈ ਇੱਕ ਲਾਈਨ, ਇਹਨੂੰ ਮੋਸਟਲੀ ਸਾਰੇ ਜਾਣਦੇ ਹੀ ਹੋਣਗੇ, ਪਰ ਜਿਨ੍ਹਾਂ ਨੇ ਜੋ ਨਹੀਂ ਜਾਣਦੇ ਉਹ ਇਸ ਨੂੰ ਦੇਖ ਲਓ। ਇਹ ਪਲੈਨਟਸ ਨੂੰ ਯਾਦ ਕਰਨ ਵਾਸਤੇ ਇੱਕ ਸੈਂਟੈਂਸ ਬਣਾਇਆ ਗਿਆ ਹੈ ਕਿ ਇਹ ਮਾਈ ਵੈਰੀ ਐਜੂਕੇਟਡ ਮਦਰ ਜਸਟ ਸ਼ੋ ਅਸ 9 ਪਲੈਨਟਸ। ਠੀਕ ਹੈ, ਸੌਰੀ 9 ਮੇਰੇ ਤੋਂ ਮਿਸਟੇਕ ਨਾਲ ਦੂਸਰਾ ਪੈ ਗਿਆ, 9 NINE ਵਾਲਾ। ਅਤੇ ਮਾਈ ਐਮ ਦਾ ਜਿਵੇਂ ਐਮ ਪਹਿਲਾ ਅੱਖਰ ਚੱਕ ਲਓ, ਜਿਵੇਂ ਐਮ 'ਤੇ ਮਰਕਰੀ, ਵੀ 'ਤੇ ਵੀਨਸ, ਈ 'ਤੇ ਅਰਥ, ਠੀਕ ਹੈ ਨਾ। ਇੱਦਾਂ ਕਰਕੇ ਆਪਾਂ ਪਹਿਲਾ ਅੱਖਰ ਚੱਕ ਕੇ ਆਪਾਂ ਇਸ ਨੂੰ ਪਲੈਨਟਸ ਦੀ ਸੀਕੁਐਂਸ ਨੂੰ ਯਾਦ ਕਰ ਸਕਦੇ ਹਾਂ, ਠੀਕ ਹੈ ਨਾ। ਕਈ ਵਾਰ ਪੇਪਰ 'ਚ ਆ ਜਾਂਦਾ ਵੀ ਕਿਹੜਾ ਪਲੈਨਟ ਕਿੰਨਵੇਂ ਨੰਬਰ ਦੇ ਉੱਪਰ ਹੈ, ਤਾਂ ਇਸ ਤਰ੍ਹਾਂ ਆਪਾਂ ਇਸ ਸੈਂਟੈਂਸ ਨੂੰ ਯਾਦ ਕਰਕੇ ਆਪਾਂ ਆਪਣੇ ਗ੍ਰਹਿ ਨੇ ਇਹਨਾਂ ਦੀ ਸੀਕੁਐਂਸ ਨੂੰ, ਵੀ ਕਿਹੜਾ ਗ੍ਰਹਿ ਕਿਹੜੇ ਨੰਬਰ ਦੇ ਉੱਪਰ ਆਉਂਦਾ ਹੈ, ਉਸ ਨੂੰ ਦੇਖ ਸਕਦੇ ਹਾਂ। ਇੱਥੇ 9 ਪੜ੍ਹਿਆ ਜਾਵੇ, ਠੀਕ ਹੈ ਨਾ। ਮਾਈ ਵੈਰੀ ਐਜੂਕੇਟਡ ਮਦਰ ਜਸਟ ਸ਼ੋ ਅਸ, NINE ਹੈ 9, ਕੋਈ ਲਾਸਟ ਨੈਪਚੂਨ ਆ ਗਿਆ ਨਾ ਲਾਸਟ ਵਾਲਾ, ਸੋ ਮੇਰੇ ਤੋਂ ਭੁਲੇਖੇ ਨਾਲ ਗਲਤੀ ਨਾਲ 9 ਟਾਈਪ ਹੋਇਆ ਹੋਇਆ, ਠੀਕ ਹੈ ਨਾ। N ਨੋਟ ਕਰ ਲਿਓ। ਸੋ ਪਹਿਲਾ ਅੱਖਰ ਜਿਵੇਂ M ਅਤੇ ਮਾਈ ਦੇ ਵਿੱਚ M, ਵੀ ਵੈਰੀ ਵਿੱਚ V, ਐਜੂਕੇਟਡ ਦੇ ਉੱਪਰ E, ਅਤੇ ਮਦਰ 'ਚ M, ਜੇ ਅਤੇ ਜਸਟ ਦੇ ਵਿੱਚ J, ਸ਼ੋ ਦੇ ਵਿੱਚ S, U ਦੇ ਉੱਪਰ ਅਸ ਦੇ ਉੱਪਰ U, ਅਤੇ 9 ਇੱਥੇ NINE 9, ਅਤੇ ਨੈਪਚੂਨ, ਅਤੇ P 'ਤੇ ਪਲੂਟੋ। ਸੈਂਟੈਂਸ ਬਣਿਆ ਹੋਇਆ, ਪਲੂਟੋ ਨੂੰ ਤੁਸੀਂ ਭਾਵੇਂ ਨਾ ਕਾਊਂਟ ਕਰਿਓ। ਇਸ ਤਰ੍ਹਾਂ ਆਪਾਂ ਇਸ ਸੈਂਟੈਂਸ ਨੂੰ ਯਾਦ ਕਰਕੇ ਪਲੈਨਟਸ ਦੀ ਸੀਕੁਐਂਸ ਨੂੰ ਯਾਦ ਰੱਖ ਸਕਦੇ ਹਾਂ। ਹੁਣ ਨੰਬਰ 1 'ਤੇ ਗੱਲ ਕਰਦੇ ਹਾਂ ਬੁੱਧ ਦੀ, ਜਿਹਨੂੰ ਆਪਾਂ ਮਰਕਰੀ ਬੋਲ ਦਿੰਦੇ ਹਾਂ। ਇਹ ਸੂਰਜ ਦੇ ਸਭ ਤੋਂ ਨੇੜੇ ਦਾ ਗ੍ਰਹਿ ਹੈ। ਇਹ ਛੋਟਾ ਵੀ ਹੈ। ਇਹ ਸੂਰਜ ਨਿਕਲਣ ਤੋਂ 2 ਘੰਟੇ ਪਹਿਲਾਂ ਦਿਖਾਈ ਦਿੰਦਾ ਹੈ। ਦੇਖ ਲਿਓ, ਕਦੇ ਮੌਸਮ ਸਾਫ਼ ਹੋਊਗਾ ਤੁਸੀਂ ਇਸ ਨੂੰ ਦੇਖ ਸਕਦੇ ਹੋ। ਇਸ ਦਾ ਕੋਈ ਵੀ ਉਪਗ੍ਰਹਿ ਨਹੀਂ ਹੈ। ਬੁੱਧ ਦਾ ਕੋਈ ਵੀ ਉਪਗ੍ਰਹਿ ਨਹੀਂ ਹੈ। ਇਹ ਸੂਰਜ ਦੁਆਲੇ ਇੱਕ ਚੱਕਰ 88 ਦਿਨਾਂ ਵਿੱਚ ਪੂਰਾ ਕਰਦਾ ਹੈ। ਬੁੱਧ ਜਿਹੜਾ ਹੈ ਉਹ ਸੂਰਜ ਦੇ ਦੁਆਲੇ ਇੱਕ ਚੱਕਰ 88 ਦਿਨਾਂ ਦੇ ਵਿੱਚ ਪੂਰਾ ਕਰਦਾ ਹੈ। ਇਹ ਲੋਹੇ ਅਤੇ ਸਿਲਿਕਾ ਦਾ ਬਣਿਆ ਹੋਇਆ ਹੈ। ਆਪਾਂ ਕਹਿ ਸਕਦੇ ਹਾਂ ਵੀ ਇਸ ਗ੍ਰਹਿ ਦੇ ਉੱਪਰ ਲੋਹੇ ਅਤੇ ਸਿਲਿਕਾ ਦੀ ਮਾਤਰਾ ਬਹੁਤ ਜ਼ਿਆਦਾ ਹੈ। ਨੰਬਰ 2 'ਤੇ ਗੱਲ ਕਰਦੇ ਹਾਂ ਆਪਾਂ ਵੀਨਸ ਦੀ, ਜਿਹਨੂੰ ਸ਼ੁੱਕਰ ਬੋਲ ਦਿੰਦੇ ਹਾਂ ਆਪਾਂ। ਇਹ ਦੂਜਾ ਗ੍ਰਹਿ ਹੈ। ਇਸ ਨੂੰ ਧਰਤੀ ਦੀ ਭੈਣ ਵੀ ਕਿਹਾ ਜਾਂਦਾ ਹੈ, ਕਿਉਂਕਿ ਸ਼ੁੱਕਰ ਦੇ ਉੱਪਰ ਨਾ ਇਹ ਧਰਤੀ ਵਾਂਗੂ ਹੀ ਮਤਲਬ ਉੱਦਾਂ ਦੀਆਂ ਜਿਹੜੀਆਂ ਹੈਗੀਆਂ ਨੇ ਇਹਦੀਆਂ ਦੇਖਣ ਨੂੰ ਮਿਲਦੀਆਂ ਧਰਤੀ ਵਾਂਗੂ ਇਹਨੂੰ। ਇਸ ਦਾ ਵੀ ਕੋਈ ਉਪਗ੍ਰਹਿ ਨਹੀਂ ਹੈ ਸ਼ੁੱਕਰ ਦਾ। ਇਸ ਦਾ ਨਾਮ ਰੋਮ ਦੀ ਦੇਵੀ ਵੀਨਸ ਦੇ ਨਾਮ 'ਤੇ ਪਿਆ ਹੈ। ਰੋਮ ਦੀ ਦੇਵੀ ਹੈ ਰੋਮਨਸ ਦੀ, ਉਹਦਾ ਨਾਮ ਸੀ ਵੀਨਸ, ਉਹਦੇ ਨਾਮ 'ਤੇ ਸ਼ੁੱਕਰ ਦਾ ਨਾਮ ਵੀਨਸ ਪੈ ਗਿਆ। ਇਹ ਲੋਹੇ ਅਤੇ ਜਿਸ ਤਰ੍ਹਾਂ ਬਣਿਆ ਹੋਇਆ ਹੈ, ਆਪਾਂ ਕਹਿ ਸਕਦੇ ਹਾਂ ਵੀ ਇੱਥੇ ਇਹਨਾਂ ਦੀ ਮਾਤਰਾ ਜ਼ਿਆਦਾ ਹੈ। ਨੰਬਰ 3 'ਤੇ ਗੱਲ ਕਰਦੇ ਹਾਂ ਆਪਣੀ ਧਰਤੀ ਦੀ। ਅਰਥ ਧਰਤੀ, ਇਹ ਸੌਰ ਮੰਡਲ ਦਾ ਤੀਜਾ ਗ੍ਰਹਿ ਹੈ ਜਿਸ ਉੱਤੇ ਜੀਵਨ ਸੰਭਵ ਹੈ। ਸੌਰ ਮੰਡਲ ਦਾ ਤੀਜਾ ਗ੍ਰਹਿ ਹੈ ਜਿਸ ਦੇ ਉੱਪਰ ਜੀਵਨ ਸੰਭਵ ਹੈ। ਦੇਖੋ, ਆਪਾਂ ਸੂਰਜੀ ਪਰਿਵਾਰ ਦੀ ਗੱਲ ਕਰ ਰਹੇ ਹਾਂ, ਪਰ ਇੱਦਾਂ ਦੇ ਬਹੁਤ ਸਾਰੇ ਪਰਿਵਾਰ ਹੋਰ ਵੀ ਹੋ ਸਕਦੇ ਨੇ, ਖੋਜ ਰਹੇ ਹਾਂ ਸਾਇੰਟਿਸਟ। ਪਰ ਆਪਾਂ ਤਾਂ ਫਿਲਹਾਲ ਆਪਣੇ ਮਿਲਕੀ ਵੇ ਦੇ ਵਿੱਚ ਜਿਹੜਾ ਆਪਣਾ ਸੋਲਰ ਸਿਸਟਮ ਆਉਂਦਾ ਉਹਦੀ ਗੱਲ ਕਰਾਂਗੇ। ਇਹ ਆਪਣੀ ਧੁਰੀ ਦੇ ਪੱਛਮ ਤੋਂ ਪੂਰਬ ਵੱਲ 1610 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਨਾਲ ਘੁੰਮਦੀ ਹੈ। ਤੁਸੀਂ ਦੇਖੋਗੇ ਇੰਨੀ ਤੇਜ਼ ਘੁੰਮਦੀ ਹੈ ਧਰਤੀ ਆਪਣੀ, 1610 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਨਾਲ ਇਹ ਘੁੰਮ ਰਹੀ ਹੈ ਆਪਣੀ ਧੁਰੀ ਦੁਆਲੇ। ਆਪਾਂ ਨੂੰ ਮਹਿਸੂਸ ਜਮੀ ਨਹੀਂ ਹੋ ਰਿਹਾ, ਦੇਖ ਲਓ ਇੰਨੀ ਤੇਜ਼ ਘੁੰਮ ਰਹੀ ਹੈ ਆਪਣੀ ਧੁਰੀ ਦੁਆਲੇ। ਧਰਤੀ ਆਪਣੀ ਧੁਰੀ ਦੁਆਲੇ 23 ਘੰਟੇ
56 ਮਿੰਟ ਅਤੇ 4 ਸੈਕਿੰਡ ਵਿੱਚ ਇੱਕ ਚੱਕਰ ਲਗਾਉਂਦੀ ਹੈ। ਠੀਕ ਹੈ, ਉਹ ਆਪਾਂ ਕਹਿਣ ਨੂੰ 24 ਘੰਟੇ ਕਹਿ ਦਿੰਦੇ ਹਾਂ, ਪਰ ਪ੍ਰੋਪਰ ਜਿਹੜਾ ਹੈਗਾ 23 ਘੰਟੇ 56 ਮਿੰਟ ਅਤੇ 4 ਸੈਕਿੰਡ ਹੁੰਦੇ ਨੇ, ਉਹ ਆਪਾਂ 24 ਘੰਟੇ ਕਹਿ ਦਿੰਦੇ ਹਾਂ। ਅੱਗੇ ਜੀ, ਧਰਤੀ ਦੀ ਆਪਣੀ ਧੁਰੀ ਦੁਆਲੇ ਘੁੰਮਣ ਦੀ ਗਤੀ ਨੂੰ ਦੈਨਿਕ ਗਤੀ ਕਿਹਾ ਜਾਂਦਾ ਹੈ, ਜਿਸ ਨਾਲ ਦਿਨ ਅਤੇ ਰਾਤ ਬਣਦਾ ਹੈ। ਦੇਖੋ, ਜਦੋਂ ਧਰਤੀ ਆਪਣੀ ਧੁਰੀ ਦੁਆਲੇ ਘੁੰਮਦੀ ਹੈ 24 ਘੰਟੇ ਵਿੱਚ ਚੱਕਰ ਪੂਰਾ ਕਰਦੀ ਹੈ, ਠੀਕ ਹੈ ਨਾ। ਤੇ ਧਰਤੀ ਜਦੋਂ ਧੁਰੀ ਦੁਆਲੇ ਆਪਣੇ ਘੁੰਮਦੀ ਹੈ ਤਾਂ ਜਿਹੜਾ ਹਿੱਸਾ ਸੂਰਜ ਦੇ ਮੂਹਰੇ ਆ ਜਾਂਦਾ ਹੈ ਉੱਥੇ ਦਿਨ ਹੁੰਦਾ ਹੈ, ਤੇ ਜਿਹੜੇ ਹਿੱਸਾ ਸੂਰਜ ਤੋਂ ਪਿਛਲੇ ਪਾਸੇ ਹੁੰਦਾ ਉੱਥੇ ਰਾਤ ਹੋ ਜਾਂਦੀ ਹੈ। ਤਾਂ ਹੀ ਆਪਾਂ ਦੇਖਦੇ ਹਾਂ ਨਾ ਵੀ ਕਿਸੇ ਦੇਸ਼ ਦੇ ਵਿੱਚ ਤਾਂ ਉਸ ਸਮੇਂ ਹਨੇਰਾ ਹੁੰਦਾ ਹੈ, ਆਪਣੇ ਦਿਨ ਹੁੰਦਾ ਇੱਥੇ। ਇਹ ਸਿਰਫ ਦੈਨਿਕ ਗਤੀ ਦੇ ਕਰਕੇ ਹੀ ਹੁੰਦਾ ਹੈ। ਧਰਤੀ ਜਿਹੜੀ ਹੈ ਆਪਣੀ ਧੁਰੀ ਦੁਆਲੇ ਘੁੰਮ ਰਹੀ ਹੈ, ਇਸ ਦੇ ਨਾਲ ਹੀ ਦਿਨ ਅਤੇ ਰਾਤ ਬਣਦੇ ਨੇ। ਕਈ ਵਾਰ ਕੁਐਸਚਨ ਵੀ ਆ ਜਾਂਦਾ ਹੈ, ਪ੍ਰਸ਼ਨ ਆ ਜਾਂਦਾ ਹੈ ਵੀ ਕਿਹੜੀ ਗਤੀ ਕਰਕੇ ਦਿਨ ਅਤੇ ਰਾਤ ਬਣਦੇ ਨੇ। ਤੁਸੀਂ ਉੱਥੇ ਕਹਿ ਸਕਦੇ ਹੋ ਵੀ ਦੈਨਿਕ ਗਤੀ ਦੇ ਕਰਕੇ ਦਿਨ ਅਤੇ ਰਾਤ ਬਣਦੇ ਨੇ। ਧਰਤੀ ਸੂਰਜ ਦੁਆਲੇ ਇੱਕ ਚੱਕਰ 365 ਦਿਨ 5 ਘੰਟੇ 365 ਦਿਨ 5 ਘੰਟੇ 48 ਮਿੰਟ 46.6 ਸੈਕਿੰਡ ਵਿੱਚ ਪੂਰਾ ਕਰਦੀ ਹੈ। ਧਰਤੀ ਸੂਰਜ ਦੁਆਲੇ ਇੱਕ ਚੱਕਰ 365 ਸਹੀ 1/2 4 ਬੋਲ ਦਿੰਦੇ ਆਪਾਂ ਵੈਸੇ, ਠੀਕ ਹੈ, ਇੰਨੇ ਟਾਈਮ ਦੇ ਵਿੱਚ ਇਹ ਚੱਕਰ ਪੂਰਾ ਕਰਦੀ ਹੈ। ਧਰਤੀ ਦੀ ਸੂਰਜ ਦੁਆਲੇ ਕੀਤੀ ਗਈ ਗਤੀ ਨੂੰ ਵਾਰਸ਼ਿਕ ਗਤੀ ਕਿਹਾ ਜਾਂਦਾ ਹੈ। ਜਿਹੜਾ ਧਰਤੀ ਦੀ ਸੂਰਜ ਦੁਆਲੇ ਕੀਤੀ ਗਈ ਵਾਰਸ਼ਿਕ ਗਤੀ, ਮਤਲਬ ਜੋ ਧਰਤੀ ਸੂਰਜ ਦੁਆਲੇ ਘੁੰਮ ਰਹੀ ਹੈ, ਇੱਕ ਸਾਲ ਦੇ ਵਿੱਚ ਚੱਕਰ ਪੂਰਾ ਕਰਦੀ ਹੈ, ਠੀਕ ਹੈ, ਇਹਨੂੰ ਵਾਰਸ਼ਿਕ ਗਤੀ ਬੋਲਦੇ ਆ। ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਧਰਤੀ ਜਦੋਂ ਆਪਣੀ ਧੁਰੀ ਦੁਆਲੇ ਘੁੰਮਦੀ ਹੈ ਉਹਨੂੰ ਦੈਨਿਕ ਗਤੀ ਬੋਲਦੇ ਆ। ਜਦੋਂ ਸੂਰਜ ਦੁਆਲੇ ਚੱਕਰ ਪੂਰਾ ਕਰਦੀ ਹੈ ਉਹਨੂੰ ਕਹਿੰਦੇ ਆ ਵਾਰਸ਼ਿਕ। ਵਰਸ਼ ਮਤਲਬ ਸਾਲ, ਠੀਕ ਹੈ ਨਾ। ਇੱਕ ਸਾਲ ਵਿੱਚ ਤੈਅ ਕੀਤੀ ਗਈ ਦੂਰੀ ਵਾਰਸ਼ਿਕ ਦੂਰੀ ਕਹਾਉਂਦੀ ਹੈ, ਠੀਕ ਹੈ ਨਾ। ਅਤੇ ਜਿਸ ਨਾਲ ਰੁੱਤਾਂ ਬਣਦੀਆਂ ਨੇ। ਦੁਬਾਰਾ ਮੈਂ ਰਿਪੀਟ ਕਰ ਦਿੰਦਾ, ਧਰਤੀ ਜਦੋਂ ਧੁਰੀ ਦੁਆਲੇ ਘੁੰਮਦੀ ਹੈ ਤਾਂ ਦਿਨ ਅਤੇ ਰਾਤ ਬਣਦੇ ਨੇ। ਜਦੋਂ ਇਹ ਸੂਰਜ ਦੁਆਲੇ ਚੱਕਰ ਪੂਰਾ ਕਰਦੀ ਹੈ 365 ਦਿਨਾਂ ਵਿੱਚ ਤਾਂ ਇਹਦੇ ਨਾਲ ਕੀ ਬਣਦੀਆਂ ਨੇ, ਰੁੱਤਾਂ ਬਣਦੀਆਂ। ਤੁਸੀਂ ਦੇਖਦੇ ਹੋ ਆਪਾਂ ਸਰਦੀ, ਗਰਮੀ, ਪਤਝੜ, ਬਸੰਤ, ਬਰਸਾਤ, ਇਹ ਸਾਰੀਆਂ ਰੁੱਤਾਂ ਜਿਹੜੀ ਹੈਗੀਆਂ ਆਪਾਂ ਨੂੰ ਵਾਰਸ਼ਿਕ ਗਤੀ ਦੇ ਕਰਕੇ ਹੀ ਦੇਖਣ ਨੂੰ ਮਿਲਦੀਆਂ ਨੇ। ਧਰਤੀ ਦੇ ਉਪਗ੍ਰਹਿ ਦਾ ਨਾਮ ਚੰਦਰਮਾ ਹੈ। ਸਾਰੇ ਜਾਣਦੇ ਹੋ ਚੰਦਰਮਾ ਨੂੰ ਦੇਖਦੇ ਹਾਂ ਆਪਾਂ, ਇਹ ਧਰਤੀ ਦਾ ਕੁਦਰਤੀ ਉਪਗ੍ਰਹਿ ਆ। ਧਰਤੀ ਦੀ ਉੱਪਰਲੀ ਪਰਤ ਸਿਲਿਕਾ ਦੀ ਹੈ। ਧਰਤੀ ਉੱਤੇ 71% ਪਾਣੀ ਅਤੇ 29% ਜ਼ਮੀਨ ਹੈ। ਜੇਕਰ ਅਸੀਂ ਪੁਲਾੜ ਵਿੱਚੋਂ ਧਰਤੀ ਨੂੰ ਦੇਖੀਏ ਤਾਂ ਇਹ ਨੀਲੇ ਰੰਗ ਦੀ ਦਿਖਾਈ ਦਿੰਦੀ ਹੈ, ਇਸ ਲਈ ਹੀ ਇਸ ਨੂੰ ਬਲੂ ਪਲੈਨਟ ਵੀ ਕਿਹਾ ਜਾਂਦਾ ਹੈ। 71% ਹਿੱਸੇ ਦੇ ਉੱਤੇ ਪਾਣੀ ਹੈ, ਪਾਣੀ ਦਾ ਰੰਗ ਦੂਰੋਂ ਨੀਲਾ ਦਿਖਾਈ ਦਿੰਦਾ ਹੈ, ਜਿਹਦੇ ਕਰਕੇ ਧਰਤੀ ਆਪਾਂ ਨੂੰ ਪੁਲਾੜ ਦੇ ਵਿੱਚੋਂ ਬਲੂ ਕਲਰ ਦੀ ਦਿਖਾਈ ਦਿੰਦੀ ਹੈ, ਇਸ ਲਈ ਇਹਨੂੰ ਬਲੂ ਪਲੈਨਟ ਕਿਹਾ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਮੰਗਲ ਦੀ। ਇਹ ਸੂਰਜੀ ਪਰਿਵਾਰ ਦਾ ਚੌਥਾ ਗ੍ਰਹਿ ਹੈ। ਇਸ ਨੂੰ ਲਾਲ ਗ੍ਰਹਿ ਵੀ ਕਿਹਾ ਜਾਂਦਾ ਹੈ। ਮੰਗਲ ਨੂੰ ਆ ਜਾਂਦਾ ਵੀ ਰੈੱਡ ਪਲੈਨਟ ਕਿਹੜਾ ਹੈ, ਤੁਸੀਂ ਲਿਖ ਸਕਦੇ ਹੋ ਵੀ ਮੰਗਲ ਨੂੰ ਰੈੱਡ ਪਲੈਨਟ ਜਾਂ ਲਾਲ ਗ੍ਰਹਿ ਕਿਹਾ ਜਾਂਦਾ ਹੈ। ਇਸ ਦਾ ਇਹ ਲਾਲ ਰੰਗ ਆਇਰਨ ਆਕਸਾਈਡ ਕਰਕੇ ਹੈ, ਠੀਕ ਹੈ ਨਾ। ਆਇਰਨ ਦੀ ਮਾਤਰਾ ਜ਼ਿਆਦਾ ਹੈ, ਜਿੱਥੇ ਲੋਹੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉੱਥੇ ਮਿੱਟੀ ਲਾਲ ਹੋ ਜਾਂਦੀ ਹੈ। ਇਸ ਦੇ 2 ਉਪਗ੍ਰਹਿ ਫੋਬੋਸ ਅਤੇ ਡੀਮੋਸ ਹਨ। ਇਹ ਵੀ ਨੋਟ ਕਰ ਲਿਓ, ਮੰਗਲ ਦੇ 2 ਉਪਗ੍ਰਹਿ ਨੇ, ਮਤਲਬ 2 ਚੰਦ ਨੇ। ਕਿਹੜੇ ਕਿਹੜੇ ਨੇ? ਫੋਬੋਸ ਅਤੇ ਡੀਮੋਸ। ਇਹ ਵੀ ਧਰਤੀ ਵਾਂਗ ਆਪਣੀ ਧੁਰੀ ਉੱਤੇ 24 ਘੰਟਿਆਂ ਵਿੱਚ ਇੱਕ ਚੱਕਰ ਪੂਰਾ ਕਰਦਾ ਹੈ। ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਨ ਵਿੱਚ ਇਸ ਨੂੰ 687 ਦਿਨ ਲੱਗਦੇ ਨੇ। ਇਹ ਵੀ ਨੋਟ ਕਰ ਲਿਓ ਵੀ ਧਰਤੀ ਵਾਂਗ ਇਹ ਵੀ 24 ਘੰਟਿਆਂ ਵਿੱਚ ਚੱਕਰ ਪੂਰਾ ਕਰਦਾ ਹੈ
ਤੇ ਸੂਰਜ ਦੁਆਲੇ 687 ਦਿਨਾਂ ਵਿੱਚ ਇਹ ਇੱਕ ਚੱਕਰ ਪੂਰਾ ਕਰਦਾ ਹੈ। ਸੌਰ ਮੰਡਲ ਵਿੱਚ ਸਭ ਤੋਂ ਵੱਡਾ ਜਵਾਲਾਮੁਖੀ ਓਲੰਪਸ ਮੇਸੀ, ਯਾਦ ਕਰ ਲਿਓ, ਸੌਰ ਮੰਡਲ ਮੈਂ ਕਿਹਾ, ਸੌਰ ਮੰਡਲ ਸੂਰਜੀ ਪਰਿਵਾਰ ਦੇ ਵਿੱਚ ਸਭ ਤੋਂ ਵੱਡਾ ਜਵਾਲਾਮੁਖੀ ਓਲੰਪਸ ਮੇਸੀ ਅਤੇ ਸੌਰ ਮੰਡਲ ਦਾ ਸਭ ਤੋਂ ਉੱਚਾ ਪਰਬਤ ਨਿਕਸ ਓਲੰਪੀਆ ਹੈ, ਜੋ ਕਿ ਮਾਊਂਟ ਐਵਰੈਸਟ ਤੋਂ ਵੀ 3 ਗੁਣਾ ਵੱਧ ਉੱਚਾ ਹੈ। ਮਾਊਂਟ ਐਵਰੈਸਟ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਹੈ, ਤੁਸੀਂ ਦੇਖੀ ਹੈ, ਸੁਣੀ ਹੋਣੀ ਹੈ, ਪੜ੍ਹੀ ਹੋਣੀ ਹੈ, ਠੀਕ ਹੈ। ਜਿਹੜਾ ਇਹ ਨਿਕਸ ਓਲੰਪੀਆ ਹੈ, ਇਹ ਸਭ ਤੋਂ ਉੱਚਾ ਪਰਬਤ ਹੈ, ਜਿਹੜਾ ਕਿ ਮਾਊਂਟ ਐਵਰੈਸਟ ਤੋਂ ਵੀ 3 ਗੁਣਾ ਜ਼ਿਆਦਾ ਉੱਚਾ ਹੈ ਅਤੇ ਉਹ ਇਸ ਗ੍ਰਹਿ ਉੱਤੇ ਸਥਿਤ ਹੈ। ਹੁਣ ਗੱਲ ਕਰਦੇ ਹਾਂ ਬ੍ਰਹਿਸਪਤੀ ਦੀ, ਜੁਪੀਟਰ ਦੀ। ਇਹ ਸੌਰ ਮੰਡਲ ਦਾ 5ਵਾਂ ਗ੍ਰਹਿ ਹੈ ਜੁਪੀਟਰ, ਅਤੇ ਸਭ ਤੋਂ ਵੱਡਾ ਗ੍ਰਹਿ ਹੈ। ਧਿਆਨ ਦਿਓ, ਸਭ ਤੋਂ ਵੱਡਾ ਗ੍ਰਹਿ ਹੈ ਜੁਪੀਟਰ, ਬ੍ਰਹਿਸਪਤੀ। ਇਹ ਆਪਣੀ ਧੁਰੀ ਦੁਆਲੇ 10 ਘੰਟੇ ਵਿੱਚ ਚੱਕਰ ਪੂਰਾ ਕਰਦਾ ਹੈ, ਜੋ ਕਿ ਸਭ ਤੋਂ ਘੱਟ ਹੈ। ਪਰ ਸੂਰਜ ਦੀ ਪਰਿਕਰਮਾ ਕਰਨ ਵਿੱਚ, ਚੱਕਰ ਲਗਾਉਣ ਵਿੱਚ ਇਸ ਨੂੰ 11.9 ਸਾਲ ਲੱਗਦੇ ਨੇ। ਆਪਣੇ ਧੁਰੀ ਦੁਆਲੇ ਤਾਂ ਬੜੀ ਤੇਜ਼ੀ ਨਾਲ ਘੁੰਮਦਾ ਹੈ, ਠੀਕ ਹੈ, ਪਰ ਸੂਰਜ ਦੁਆਲੇ ਇੱਕ ਚੱਕਰ ਲਗਾਉਣ ਵਿੱਚ ਇਹਨੂੰ 11.9 ਸਾਲ ਲੱਗਦੇ ਨੇ। ਇਸ ਦੇ 79 ਉਪਗ੍ਰਹਿ ਹਨ, ਨੋਟ ਕਰ ਸਕਦੇ ਹੋ। ਇਹਦੇ 79 ਉਪਗ੍ਰਹਿ ਨੇ, ਮਤਲਬ ਇਹਦੇ 79 ਚੰਦਰਮਾ ਨੇ। ਇਹ ਸਭ ਤੋਂ ਵੱਧ ਚਮਕੀਲਾ ਗ੍ਰਹਿ ਹੈ। ਇਸ ਨੂੰ ਗੈਸ ਜੈਂਟ ਜਾਂ ਗੈਸ ਦੈਤਯ ਵੀ ਕਿਹਾ ਜਾਂਦਾ ਹੈ। ਇੱਥੇ ਹੀਲੀਅਮ, ਪਾਣੀ, ਮਿਥੇਨ ਅਤੇ ਅਮੋਨੀਆ ਦੀ ਭਰਮਾਰ ਹੈ। ਹੁਣ ਗੱਲ ਕਰਦੇ ਹਾਂ ਸ਼ਨੀ ਗ੍ਰਹਿ ਦੀ, ਸੈਟਰਨ ਬੋਲਦੇ ਹਾਂ। ਇਹ ਸੂਰਜੀ ਪਰਿਵਾਰ ਦਾ 6ਵਾਂ ਗ੍ਰਹਿ ਹੈ ਅਤੇ ਦੂਸਰਾ ਸਭ ਤੋਂ ਵੱਡਾ ਗ੍ਰਹਿ ਹੈ। ਦੁਬਾਰਾ ਸੁਣ ਲਓ, ਸੂਰਜੀ ਪਰਿਵਾਰ ਦਾ 6ਵਾਂ ਗ੍ਰਹਿ ਹੈ ਅਤੇ ਦੂਜਾ ਸਭ ਤੋਂ ਵੱਡਾ ਗ੍ਰਹਿ ਹੈ। ਪਹਿਲਾ ਕਿਹੜਾ ਸੀਗਾ? ਬ੍ਰਹਿਸਪਤੀ। ਨੰਬਰ 2 ਤੇ ਵੱਡਾ ਗ੍ਰਹਿ ਹੈਗਾ ਸ਼ਨੀ। ਇਸ ਦੇ 82 ਉਪਗ੍ਰਹਿ ਹਨ। ਇਸ ਦੇ ਆਲੇ ਦੁਆਲੇ ਛੱਲੇ ਹੁੰਦੇ ਹਨ, ਜੋ ਕਿ ਸਿਲਿਕਾ, ਲੋਹਾ ਆਕਸਾਈਡ ਅਤੇ ਬਰਫ਼ ਦੇ ਟੁਕੜਿਆਂ ਦੇ ਬਣੇ ਹੋਏ ਹਨ। ਤੁਸੀਂ ਦੇਖਿਆ ਹੋਣਾ ਸ਼ਨੀ ਦੇ ਆਲੇ ਦੁਆਲੇ ਛੱਲੇ ਜਿਹੇ ਨੇ, ਉਹ ਕਾਹਦੇ ਨੇ? ਸਿਲਿਕਾ, ਲੋਹਾ ਆਕਸਾਈਡ ਤੇ ਬਰਫ਼ ਦੇ ਟੁਕੜਿਆਂ ਦੇ ਛੱਲੇ ਨੇ ਉਹ। ਸ਼ਨੀ ਦਾ ਸਭ ਤੋਂ ਵੱਡਾ ਉਪਗ੍ਰਹਿ ਟਾਈਟਨ ਹੈ। ਇਹ ਆਕਾਰ ਵਿੱਚ ਬੁੱਧ ਗ੍ਰਹਿ ਦੇ ਬਰਾਬਰ ਹੈ। ਦੇਖੋ, ਸਭ ਤੋਂ ਵੱਡਾ ਚੰਦ ਹੈ ਇਹਦਾ, ਸ਼ਨੀ ਦਾ, ਉਹਦਾ ਨਾਮ ਟਾਈਟਨ ਹੈ, ਠੀਕ ਹੈ। ਤੇ ਇਹ ਬੁੱਧ ਗ੍ਰਹਿ ਦੇ ਬਰਾਬਰ ਹੈ। ਜਿਹੜਾ ਬੁੱਧ ਗ੍ਰਹਿ ਪੜ੍ਹਿਆ ਆਪਾਂ, ਉਹਦੇ ਬਰਾਬਰ ਦਾ ਇਹਦਾ ਉਪਗ੍ਰਹਿ ਹੈ ਇੱਕ। ਇਹ ਸੂਰਜ ਦੁਆਲੇ 29.5 ਸਾਲ ਵਿੱਚ ਚੱਕਰ ਪੂਰਾ ਕਰਦਾ ਹੈ, ਠੀਕ ਹੈ। ਸੂਰਜ ਦੁਆਲੇ ਇਹ 29.5 ਦਿਨਾਂ ਦੇ ਵਿੱਚ ਚੱਕਰ ਪੂਰਾ ਕਰਦਾ ਹੈ ਇੱਕ। ਹੁਣ ਗੱਲ ਕਰਦੇ ਹਾਂ ਯੂਰੇਨਸ ਦੀ। ਇਹ ਸੂਰਜੀ ਪਰਿਵਾਰ ਦਾ 7ਵਾਂ ਗ੍ਰਹਿ ਹੈ ਯੂਰੇਨਸ, ਅਤੇ ਤੀਜਾ ਵੱਡਾ ਗ੍ਰਹਿ ਹੈ। ਇਹ ਆਪਣੀ ਧੁਰੀ ਦੁਆਲੇ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ। ਇਸ ਦੇ 27 ਉਪਗ੍ਰਹਿ ਹਨ। ਇਸ ਦਾ ਇੱਕ ਦਿਨ ਲਗਭਗ 11 ਘੰਟੇ ਦਾ ਹੁੰਦਾ ਹੈ। ਇਹ ਚਟਾਨਾਂ ਅਤੇ ਬਰਫ਼ ਦਾ ਬਣਿਆ ਹੋਇਆ ਹੈ। ਹੁਣ ਗੱਲ ਕਰਦੇ ਹਾਂ ਆਪਾਂ ਨੈਪਚੂਨ ਦੀ। ਇਹ 8ਵਾਂ ਗ੍ਰਹਿ ਹੈ ਅਤੇ ਚੌਥਾ ਵੱਡਾ ਗ੍ਰਹਿ ਹੈ। ਇਸ ਦੇ 14 ਉਪਗ੍ਰਹਿ ਹਨ। ਇਹ 166 ਸਾਲਾਂ ਵਿੱਚ ਸੂਰਜ ਦਾ ਇੱਕ ਚੱਕਰ ਪੂਰਾ ਕਰਦਾ ਹੈ ਨੈਪਚੂਨ। ਇਹ ਹਰੇ ਰੰਗ ਦਾ ਗ੍ਰਹਿ ਹੈ। ਇਸ ਦੇ ਚਾਰੇ ਪਾਸੇ ਮਿਥੇਨ ਗੈਸ ਦਾ ਬੱਦਲ ਛਾਇਆ ਰਹਿੰਦਾ ਹੈ। ਇਹ ਤਾਂ ਆਪਾਂ 8 ਗ੍ਰਹਿ ਕਰ ਲਏ। ਹੁਣ ਗੱਲ ਕਰਦੇ ਹਾਂ ਧੂਮਕੇਤੂ ਦੀ, ਜਿਹਨੂੰ ਆਪਾਂ ਕੋਮੇਟ ਬੋਲ ਦਿੰਦੇ ਹਾਂ। ਇਹ ਚਟਾਨਾਂ ਅਤੇ ਬਰਫ਼ ਦੇ ਬੜੇ ਹੋਏ ਹੁੰਦੇ ਹਨ ਧੂਮਕੇਤੂ। ਜਦੋਂ ਅਚਾਨਕ ਸੂਰਜ ਦੇ
ਕੋਲ ਆ ਜਾਂਦੇ ਹਨ ਤਾਂ ਇਹਨਾਂ ਦੀ ਪੂੰਛ ਦਿਖਾਈ ਦਿੰਦੀ ਹੈ। ਸੂਰਜ ਕੋਲ ਤਪਸ਼ ਪੈਂਦੀ ਹੈ ਤੇ ਬੈਕ ਸਾਈਡ ਇਹਨਾਂ ਦੀ ਇੱਕ ਪੂੰਛ ਬਣ ਜਾਂਦੀ ਹੈ। ਇਹਨਾਂ ਦਾ ਘੇਰਾ 100 ਕਿਲੋਮੀਟਰ ਤੱਕ ਹੋ ਸਕਦਾ ਹੈ। ਹੈਲੇ ਨਾਂ ਦਾ ਧੂਮਕੇਤੂ 76 ਸਾਲਾਂ ਬਾਅਦ ਦਿਖਾਈ ਦਿੰਦਾ ਹੈ। ਆ ਜਾਂਦਾ ਕਈ ਵਾਰ ਵੀ ਕਿਹੜਾ ਧੂਮਕੇਤੂ ਹੈ ਕੋਮੇਟ ਜਿਹੜਾ ਕਿ 76 ਸਾਲਾਂ ਬਾਅਦ ਦਿਖਾਈ ਦਿੰਦਾ ਹੈ, ਤਾਂ ਉਹਦਾ ਨਾਮ ਹੈ ਹੈਲੇ, ਜਿਹੜਾ ਕਿ ਆਖਰੀ ਵਾਰ 1986 ਵਿੱਚ ਦਿਖਾਈ ਦਿੱਤਾ ਸੀ। ਹੈਲੇ ਨਾਂ ਦਾ ਧੂਮਕੇਤੂ ਲਾਸਟ ਟਾਈਮ 1986 ਦੇ ਵਿੱਚ ਦਿਖਾਈ ਦਿੱਤਾ ਸੀਗਾ। ਹੁਣ ਇਹ 2062 ਵਿੱਚ ਦਿਖਾਈ ਦੇਊਗਾ। ਠੀਕ ਹੈ, ਹੈਲੇ ਦਾ ਧੂਮਕੇਤੂ 76 ਸਾਲਾਂ ਬਾਅਦ ਦਿਖਾਈ ਦਿੰਦਾ ਹੈ। ਲਾਸਟ ਟਾਈਮ ਇਹ 1986 ਦਿਖਿਆ ਸੀਗਾ, ਹੁਣ 2062 ਦੇ ਵਿੱਚ ਦਿਖਾਈ ਦੇਊਗਾ। ਸ਼ੁੱਧ ਗ੍ਰਹਿ ਐਸਟਰੋਇਡ ਬੋਲਦੇ ਆਪਾਂ ਇਹਨਾਂ ਨੂੰ। ਇਹ ਚਟਾਨੀ ਪਦਾਰਥ ਹਨ ਜੋ ਸੂਰਜ ਦੁਆਲੇ ਘੁੰਮਦੇ ਹਨ। ਚਟਾਨੀ ਪਦਾਰਥ। ਸਭ ਤੋਂ ਵੱਡਾ ਐਸਟਰੋਇਡ ਸੀਰੀਅਸ ਹੈ। ਇਸ ਦਾ ਘੇਰਾ ਜਿਹੜਾ ਹੈਗਾ ਉਹ 900 ਕਿਲੋਮੀਟਰ। ਜਦੋਂ ਇਹ ਟਕਰਾਉਂਦੇ ਹਨ ਤਾਂ ਉਲਕਾ, ਜਿਹਨੂੰ ਮੈਟੋਰਸ ਬੋਲਦੇ ਆ, ਅਤੇ ਉਲਕਾਵਾਂ ਪਿੰਡ ਮੈਟਰੋਇਡਸ ਬਣਦੇ ਹਨ ਜਦੋਂ ਟਕਰਾਉਂਦੇ ਨੇ ਆਪਸ ਦੇ ਵਿੱਚ ਘੁੰਮਦੇ ਘੁੰਮਦੇ। ਹੁਣ ਗੱਲ ਕਰਦੇ ਹਾਂ ਮੈਟੋਰਸ ਦੀ, ਉਲਕਾ ਦੀ। ਇਹ ਪ੍ਰਕਾਸ਼ ਦੀ ਚਮਕੀਲੀ ਝਲਕ ਦੇ ਰੂਪ ਵਿੱਚ ਦਿਖਾਈ ਦਿੰਦੀਆਂ ਹਨ। ਇਹ ਆਕਾਸ਼ ਵਿੱਚ ਕੁਝ ਪਲ ਲਈ ਚਮਕਦੀਆਂ ਹਨ ਅਤੇ ਫਿਰ ਅਲੋਪ ਹੋ ਜਾਂਦੀਆਂ ਹਨ। ਉਲਕਾਵਾਂ ਐਸਟਰੋਇਡ ਦੇ ਟੁਕੜਿਆਂ ਅਤੇ ਕੋਮੇਟ ਦੁਆਰਾ ਪਿੱਛੇ ਛੱਡੇ ਗਏ ਧੂੜ ਕਣ ਹੁੰਦੇ ਹਨ। ਹੁਣ ਆਪਾਂ ਨਾ ਸਾਈਜ਼ ਨੂੰ ਜੇਕਰ ਯਾਦ ਕਰਨਾ ਪਲੈਨਟਸ ਦੇ, ਤਾਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਪਲੈਨਟਸ ਦਾ ਸਾਈਜ਼ ਕਿੱਦਾਂ ਦਾ ਹੈ। ਪਲੈਨਟਸ ਅਕੋਰਡਿੰਗ ਟੂ ਸਾਈਜ਼ ਦੇਖ ਲੈਂਦੇ ਹਾਂ। ਸਭ ਤੋਂ ਬੜਾ ਸਾਈਜ਼ ਹੈ ਜੁਪੀਟਰ ਦਾ, ਫਿਰ ਸੈਟਰਨ, ਫਿਰ ਯੂਰੇਨਸ, ਫਿਰ ਨੈਪਚੂਨ, ਫਿਰ ਅਰਥ, 6 ਤੇ ਵੀਨਸ, 7 ਦੇ ਮਾਰਚ, ਅਤੇ ਲਾਸਟ ਵਿੱਚ ਆ ਮਰਕਰੀ। ਯਾਦ ਕਿੱਦਾਂ ਕਰਨਾ ਆਪਾਂ, ਇੱਕ ਬਣਾਇਆ ਹੋਇਆ ਯਾਦ ਕਰਨ ਵਾਸਤੇ ਤੁਸੀਂ ਨੋਟ ਕਰ ਸਕਦੇ ਆ ਇਹਨੂੰ। JSUN, ਜੇ ਤੇ ਕੀ ਸੀਗਾ ਜੁਪੀਟਰ, ਐਸ ਤੇ ਸੈਟਰਨ, ਫਿਰ ਯੂ ਤੇ ਯੂਰੇਨਸ, ਐਨ ਤੇ ਨੈਪਚੂਨ, ਈ ਤੇ ਅਰਥ, ਵੀ ਤੇ ਵੀਨਸ, ਐਮ ਤੇ ਮਾਰਚ, ਤੇ ਐਮ ਤੇ ਮਰਕਰੀ। ਇਹਨਾਂ ਨੂੰ ਇਹ JSUN EVM ਇਹਨਾਂ ਨੂੰ ਯਾਦ ਕਰਨ ਵਾਸਤੇ ਲਿਖਿਆ ਹੋਇਆ। ਤੁਸੀਂ ਇਸ ਨੂੰ ਯਾਦ ਕਰਕੇ ਇਹਦੇ ਸਾਈਜ਼ ਨੂੰ ਵੀ ਯਾਦ ਕਰ ਸਕਦੇ ਹੋ। ਪਹਿਲਾਂ ਤੁਹਾਨੂੰ ਦੱਸਿਆ ਸੀਗਾ ਮੈਂ ਵੀ ਤੁਸੀਂ ਜੇਕਰ ਸੀਕੁਐਂਸ ਦੇਖਣੀ ਆ ਤਾਂ ਉਹੀ ਮਾਈ ਵੈਰੀ ਐਜੂਕੇਟਡ ਮਦਰ ਵਾਲਾ ਸੈਂਟੈਂਸ ਯਾਦ ਕਰ ਸਕਦੇ ਹੋ। ਠੀਕ ਹੈ, ਜੇ ਤੁਸੀਂ ਇਹਦੇ ਸਾਈਜ਼ ਨੂੰ ਯਾਦ ਕਰਨਾ ਹੈ ਤਾਂ ਤੁਸੀਂ ਇਸ ਨੂੰ ਯਾਦ ਕਰ ਸਕਦੇ ਹੋ, ਜੇਸਨ ਤੇ EVM। ਠੀਕ ਹੈ, ਇਹਨੂੰ ਆਪਾਂ ਯਾਦ ਕਰ ਸਕਦੇ ਹਾਂ। ਯਾਦ ਕਰਕੇ ਆਪਾਂ ਇਹਨਾਂ ਦੇ ਸਾਈਜ਼ ਨੂੰ ਆਪਾਂ ਯਾਦ ਰੱਖ ਸਕਦੇ ਹਾਂ। ਹੁਣ ਮੈਂ ਤੁਹਾਨੂੰ ਪਹਿਲਾਂ ਸੀ ਪਲੂਟੋ ਦੀ ਗੱਲ ਕਰਾਂਗੇ ਆਪਾਂ। ਇਹ ਪਹਿਲਾਂ ਇਹਨੂੰ 9ਵਾਂ ਗ੍ਰਹਿ ਮੰਨਿਆ ਜਾਂਦਾ ਸੀ ਪਲੂਟੋ ਨੂੰ, ਪਰ ਹੁਣ ਇਹਨਾਂ ਨੂੰ ਪਲੂਟੋ ਨੂੰ ਕੱਢਤਾ ਲਿਸਟ ਦੇ ਵਿੱਚੋਂ। ਇਸ ਨੂੰ ਬੌਨਾ ਗ੍ਰਹਿ ਵੀ ਕਿਹਾ ਜਾਂਦਾ ਹੈ। ਇਸ ਨੂੰ ਗ੍ਰਹਿਆਂ ਦੀ ਲਿਸਟ ਵਿੱਚੋਂ ਬਾਹਰ ਇਸ ਲਈ ਕੱਢ ਦਿੱਤਾ ਗਿਆ ਹੈ ਕਿਉਂਕਿ ਇਹ ਗ੍ਰਹਿਆਂ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ। ਪਲੂਟੋ ਕਰਦਾ ਨਹੀਂ ਸੀ ਗ੍ਰਹਿਆਂ ਦੀ ਸ਼ਰਤ ਨੂੰ ਪੂਰਾ। ਕਿਹੜੀ ਸ਼ਰਤਾਂ ਸੀਗੀਆਂ ਵੀ ਇੱਕ ਤਾਂ ਛੋਟਾ ਜ਼ਿਆਦਾ ਸੀਗਾ, ਅਤੇ ਜਦੋਂ ਘੁੰਮਦਾ ਸੀ ਤਾਂ ਨੈਪਚੂਨ ਦੇ ਔਰਬਿਟ ਨੂੰ ਕੱਟਦਾ ਸੀ। ਗ੍ਰਹਿਆਂ ਦਾ ਇਹ ਹੁੰਦਾ ਰੂਲ ਵੀ ਇੱਕ ਦੂਜੇ ਦੇ ਔਰਬਿਟ ਨੂੰ ਨਹੀਂ ਕੱਟਦੇ ਹੁੰਦੇ ਇਹ। ਠੀਕ ਹੈ, ਅਤੇ ਪਰ ਇਹ ਜਿਹੜਾ ਹੈਗਾ ਸੀਗਾ ਨੈਪਚੂਨ ਦੇ ਔਰਬਿਟ ਨੂੰ ਕੱਟਦਾ ਸੀ। ਤੀਸਰਾ, ਇਹ ਕੂਪਰ ਬੈਲਟ ਕਿਹੜੀ ਹੁੰਦੀ ਹੈ, ਨੈਪਚੂਨ ਤੋਂ ਬਾਅਦ ਵਾਲੀ ਖਾਲੀ ਥਾਂ। ਮਤਲਬ ਆਪਣਾ ਜਿਹੜਾ ਸੋਲਰ ਸਿਸਟਮ ਹੈ ਇਹਦੇ ਵਿੱਚ ਲਾਸਟ ਨੈਪਚੂਨ ਆਣਾ, ਅਤੇ ਉਹ ਤੋਂ ਬਾਅਦ ਦੀ ਜਿਹੜੀ ਥਾਂ ਹੈ ਖਾਲੀ ਜਗ੍ਹਾ ਜਿਹਨੂੰ ਬੋਲ ਦਿੰਦੇ ਹਾਂ ਆਪਾਂ ਪਲੈਨਟਸ ਤੋਂ ਬਾਅਦ ਦੀ, ਉਹਨੂੰ ਕਿਊਪਰ ਬੈਲਟ ਬੋਲ ਦਿੰਦੇ ਹਾਂ। ਅਤੇ ਉਹਦੇ ਵਿੱਚ ਪਾਇਆ ਗਿਆ ਸੀਗਾ, ਮਤਲਬ ਉਹਦੇ ਵਿੱਚ ਇਹ ਚਲੇ ਜਾਂਦਾ ਸੀ ਜਾਂ ਉਹਦੇ ਵਿੱਚ ਪਾਇਆ ਗਿਆ ਸੀ, ਇਸ ਲਈ ਇਹਨੂੰ ਜਿਹੜਾ ਹੈਗਾ ਸੀਗਾ ਇਹ ਸੋਲਰ ਸਿਸਟਮ ਦੇ ਵਿੱਚੋਂ ਕੱਢਤਾ। ਹੁਣ ਗੱਲ ਕਰਦੇ ਹਾਂ ਡਵਾਰਫ ਪਲੈਨਟ ਦੀ, ਜਿਹਨੂੰ ਆਪਾਂ ਬੌਨੇ ਗ੍ਰਹਿ ਕਹਿ ਦਿੰਦੇ ਹਾਂ। ਸੀਰੀਅਸ, ਪਲੂਟੋ, ਐਰਿਸ, ਮੇਕਮੇਕ ਅਤੇ ਹਉਮਿਆ,
ਇਹ ਤੁਸੀਂ ਨੋਟ ਕਰ ਲਿਓ, ਠੀਕ ਆ ਨਾ। ਇਹ ਡਵਾਰਫ ਪਲੈਨਟਸ ਆ, ਜਿਹਨੂੰ ਬੋਨਾਗ੍ਰਹਿ ਬੋਲ ਦਿੰਦੇ ਆ ਆਪਾਂ, ਠੀਕ ਹੈ। ਅਤੇ ਇਹ ਨੇ, ਅਤੇ ਉਮੀਦ ਹੈ ਮੈਨੂੰ ਤੁਹਾਨੂੰ ਇਹ ਮੇਰਾ ਪੜ੍ਹਾਇਆ ਹੋਇਆ ਸੋਲਰ ਸਿਸਟਮ ਸਮਝ ਆਇਆ ਹੋਊਗਾ। ਅਤੇ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।